सबना ਨੂੰ ਸਲਾਮ। ਇੱਕ ਵਾਰ ਫਿਰ ਤੋਂ ਮੈਂ ਤੁਹਾਡਾ ਸਭਨਾ ਦਾ ਇਟ ਇਜ਼ ਰਿਟਨ ਪ੍ਰੋਗਰਾਮ ਵਿੱਚ ਸਵਾਗਤ ਕਰਦਾ ਜਿਸ ਵਿੱਚ ਡਾਕਟਰ ਪਾਸਟਰ ਬ੍ਰੈਡ ਸ਼ੋ ਦੇ ਦੁਆਰਾ ਲਿਖੇ ਗਏ ਸੰਦੇਸ਼ਾਂ ਵਿੱਚੋਂ ਅੱਜ ਦਾ ਜਿਹੜਾ ਅਗਲਾ ਸੰਦੇਸ਼ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਜਿਹਦਾ ਟਾਈਟਲ ਹੈ ਮਸੀਹਾ ਅਤੇ ਨਿਆਂ, ਦ ਮਸਾਇਆ ਐਂਡ ਦ ਜਜਮੈਂਟ। ਇਸ ਤੋਂ ਪਹਿਲਾਂ ਕਿ ਅੱਜ ਦੇ ਕਲਾਮ ਦੇ ਵਿੱਚ ਜਾਈਏ, ਸਭ ਆਪਣੀ ਅੱਖਾਂ ਨੂੰ ਬੰਦ ਕਰਾਂਗੇ ਔਰ ਪ੍ਰਾਰਥਨਾ ਵਿੱਚ ਜਾਵਾਂਗੇ। ਪ੍ਰਭੂ ਯਿਸੂ ਮਸੀਹ ਇੱਕ ਵਾਰ ਫਿਰ ਤੋਂ ਤੁਹਾਡੇ ਕੋਲ ਆਉਂਦੇ ਹਾਂ। ਧੰਨਵਾਦ ਕਰਦੇ ਹਾਂ ਖੁਦਾਵੰਦ, ਤੁਸੀਂ ਸਾਨੂੰ ਮੌਕਾ ਦਿੱਤਾ ਹੈ ਕਿ ਇੱਕ ਵਾਰ ਫਿਰ ਤੋਂ ਤੁਹਾਡੇ ਪਵਿੱਤਰ ਕਲਾਮ ਦੇ ਵਿੱਚੋਂ ਅਸੀਂ ਸਿੱਖ ਸਕੀਏ ਔਰ ਆਪਣੇ ਆਪ ਨੂੰ ਖੁਦਾਵੰਦ ਤੁਹਾਡੇ ਬੇਟੇ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਸਵਰਗੀ ਘਰ ਲਈ ਤਿਆਰ ਕਰ ਸਕੀਏ। ਜੋ ਵੀ ਅੱਜ ਦਾ ਵਚਨ ਬੋਲਿਆ ਜਾਵੇ ਤੁਹਾਡੇ ਵੱਲੋਂ ਹੋਵੇ ਔਰ ਸੁਣਨ ਵਾਲੇ ਖੁਦਾਵੰਦ ਸੁਣਨ ਵਾਲੇ ਨਹੀਂ ਬਲਕਿ ਅਸੀਂ ਸਭ ਉੱਤੇ ਅਮਲ ਕਰ ਸਕੀਏ। ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ। ਕਹਾਣੀ ਦੱਸੀ ਜਾਂਦੀ ਹੈ ਇੱਕ ਲੜਕੀ ਦੀ ਜਿਹੜੀ ਕਿ 18 ਸਾਲ ਦੀ ਸੀ। ਉਹਦੇ ਬਾਰੇ ਦੱਸਿਆ ਜਾਂਦਾ ਹੈ ਕਿ ਇੱਕ ਦਿਨ ਉਹ ਰਾਤ ਸੁੱਤੀ ਪਈ ਇੱਕ ਸੁਪਨਾ ਦੇਖਦੀ ਹੈ ਔਰ ਸੁਪਨੇ ਵਿੱਚ ਉਹ ਕੀ ਦੇਖਦੀ ਹੈ ਕਿ ਉਹ ਇੱਕ ਬਾਜ਼ਾਰ ਦੇ ਵਿੱਚ ਕੁਝ ਖਰੀਦਣ ਵਾਸਤੇ ਗਈ ਹੈ, ਆਪਣੀ ਸ਼ਾਪਿੰਗ ਵਾਸਤੇ ਉਹ ਗਈ ਹੈ। ਔਰ ਜਦੋਂ ਬਾਜ਼ਾਰ ਦੇ ਵਿੱਚ ਜਾ ਰਹੀ ਹੈ ਉਹ ਕੀ ਦੇਖਦੀ ਹੈ ਕਿ ਇੱਕ ਚੌਂਕ ਆਉਂਦਾ ਜਿਹਦੇ ਵਿੱਚ ਬੜੀ ਭੀੜ ਲੱਗੀ ਹੋਈ ਹੈ ਔਰ ਉਸ ਭੀੜ ਦੇ ਵੱਲ ਉਹਦਾ ਧਿਆਨ ਜਾਂਦਾ ਹੈ ਔਰ ਉਹਦੇ ਦਿਲ ਦੇ ਵਿੱਚ ਇੱਛਾ ਉੱਠਦੀ ਹੈ ਕਿ ਮੈਂ ਲਾਗੇ ਜਾ ਕੇ ਵੇਖਾਂ ਅਸਲ ਵਿੱਚ ਉੱਥੇ ਉਸ ਚੌਂਕ 'ਚ ਉਸ ਭੀੜ ਤੇ ਚੱਲ ਕੀ ਰਿਹਾ ਹੈ। ਔਰ ਜਦੋਂ ਉਸ ਚੌਂਕ ਦੇ ਵਿੱਚ ਉਸ ਚੌਂਕ ਦੇ ਕੋਲੋਂ ਜਾਂਦੀ ਹੈ, ਦੱਸਿਆ ਜਾਂਦਾ ਹੈ ਕਿ ਉਸ ਜਗ੍ਹਾ ਤੇ ਜਾ ਕੇ ਉਹ ਇਹ ਵੇਖਦੀ ਹੈ ਕਿ ਉੱਥੇ ਜਿੰਨੇ ਵੀ ਲੋਕ ਅੱਗੇ ਖੜੇ ਹੋਏ ਨੇ ਉਹਨਾਂ ਦਾ ਇੱਕ ਜੱਜ ਹੈ ਜਿਹੜਾ ਇੱਕ ਬੜੀ ਵੱਡੀ ਚੇਅਰ ਤੇ ਬੈਠਾ ਹੋਇਆ ਹੈ ਔਰ ਉਹਨਾਂ ਸਭਨਾਂ ਦਾ ਉਹ ਨਿਆਂ ਕਰ ਰਿਹਾ ਹੈ। ਔਰ ਜਦੋਂ ਇਸ ਚੀਜ਼ ਨੂੰ ਦੇਖਦੀ ਹੈ ਕਿ ਉਹ ਸਭਨਾਂ ਦਾ ਨਿਆਂ ਕਰ ਰਿਹਾ ਹੈ ਤਾਂ ਉਹ ਵੇਖਦੀ ਆ ਕਿ ਜਿਹੜੇ ਲੋਕ ਉਸ ਨਿਆਂ ਦੇ ਵਿੱਚ ਬਿਲਕੁਲ ਸਹੀ ਪਾਏ ਜਾ ਰਹੇ ਨੇ, ਜਿਹੜੇ ਲੋਕ ਉਹ ਜਿਹੜੇ ਉਸ ਜੱਜ ਦੀਆਂ ਕਹੀਆਂ ਹੋਈਆਂ ਗੱਲਾਂ ਦੇ ਅਨੁਸਾਰ ਚੱਲੇ ਨੇ, ਉਹਨਾਂ ਦਾ ਜਦੋਂ ਨਿਆਂ ਹੋ ਲਈ ਉਹ ਅੱਗੇ ਆਉਂਦੇ ਨੇ ਔਰ ਜਦੋਂ ਉਹਨਾਂ ਨੂੰ ਇੱਕ ਸਹੀ ਬੰਨੇ ਤੇ ਖੜਾ ਕੀਤਾ ਜਾਂਦਾ ਆ ਕਿ ਵਾਕਈ ਤੁਸੀਂ ਮੇਰੀ ਗੱਲ ਦੇ ਅਨੁਸਾਰ ਚੱਲੇ ਹੋ ਔਰ ਤੁਸੀਂ ਮੇਰੀ ਹਰ ਗੱਲ ਨੂੰ ਮੰਨਿਆ ਹੈ, ਤਾਂ ਉਹਨਾਂ ਨੂੰ ਉਹਨਾਂ ਦਾ ਚਿਹਰਾ ਜਿਹੜਾ ਉਹਨਾਂ ਦੇ ਚਿਹਰੇ ਤੇ ਜਲਾਲ ਆਉਂਦਾ ਆ, ਉਹਨਾਂ ਦਾ ਚਿਹਰਾ ਜਿਹੜਾ ਖੁਸ਼ ਹੁੰਦਾ ਆ ਔਰ ਇੱਕ ਬੰਨੇ ਖੁਸ਼ੀ ਦੇ ਨਾਲ ਜਾ ਕੇ ਖੜੇ ਹੋ ਜਾਂਦੇ ਆ। ਲੇਕਿਨ ਉਹ ਲੋਕ ਜਿਹੜੇ ਉਸ ਨਿਆਂ ਦੇ ਵਿੱਚ ਦੋਸ਼ੀ ਜਿਹੜੇ ਠਹਿਰਾਏ ਜਾਂਦੇ ਪਾਏ ਜਾਂਦੇ ਨੇ ਉਹਨਾਂ ਬਾਰੇ ਦੱਸਿਆ ਜਾਂਦਾ। ਉਹ ਲੜਕੀ ਦੱਸਦੀ ਹੈ, ਮਾਰੀਆ 18 ਸਾਲ ਦੀ ਲੜਕੀ, ਕਿ ਉਹ ਇੱਕ ਬੰਨੇ ਉਹਨਾਂ ਨੂੰ ਖੜਾ ਕੀਤਾ ਜਾ ਰਿਹਾ ਹੈ ਔਰ ਉਹਨਾਂ ਦੇ ਸਰੀਰ ਜਿਹੜੇ ਬੜੇ ਕਮਜ਼ੋਰ ਦਿਖਦੇ ਪਏ ਨੇ, ਉਹ ਸੁੰਗੜੇ ਹੋਏ ਉਹਨਾਂ ਦੇ ਸਰੀਰ ਦਿਖਦੇ ਪਏ ਨੇ। ਔਰ ਇਸ ਤਰ੍ਹਾਂ ਸੁਪਨੇ ਦੇ ਵਿੱਚ ਦੇਖਦੀ ਹੈ ਕਿ ਉਸ ਮਾਰੀਆ ਦੀ ਆਪਣੀ ਵਾਰੀ ਆ ਜਾਂਦੀ ਹੈ ਔਰ ਜਦੋਂ ਉਹਦੀ ਵਾਰੀ ਆਉਂਦੀ ਹੈ ਤਾਂ ਉਹਨੂੰ ਇਹ ਆਖਿਆ ਜਾਂਦਾ ਹੈ ਕਿ ਜੋ ਕੁਝ ਤੈਨੂੰ ਦੱਸਿਆ ਗਿਆ ਤੂੰ ਉਹਦੇ ਅਨੁਸਾਰ ਨਹੀਂ ਚੱਲੀ ਔਰ ਨਹੀਂ ਆਗਿਆ ਨੂੰ ਗੱਲ ਨੂੰ ਮੰਨਿਆ, ਤਾਂ ਉਹਦੀ ਗਿਣਤੀ ਜਿਹੜੀ ਆ ਉਹ ਉਹਨਾਂ ਲੋਕਾਂ ਵਿੱਚ ਆ ਜਾਂਦੀ ਆ ਜਿਹੜੇ ਉਸ ਵੇਲੇ ਨਿਰਦੋਸ਼ ਪਾਏ ਜਾਂਦੇ ਆ। ਔਰ ਉਹ ਛੇਤੀ ਦੇ ਨਾਲ ਆਪਣੇ ਸੁਪਨੇ ਦੇ ਵਿੱਚ ਉੱਚੀ ਸਾਰੀ ਕਹਿੰਦੀ ਆ ਕਿ ਮੈਨੂੰ ਇੱਕ ਮੌਕਾ ਹੋਰ ਦਿੱਤਾ ਜਾਵੇ, ਮੈਨੂੰ ਇੱਕ ਮੌਕਾ ਹੋਰ ਦਿੱਤਾ ਜਾਵੇ। ਔਰ ਉਹ ਬੜੀ ਜਦੋਂ ਸੁਪਨੇ 'ਚ ਉੱਠਦੀ ਹੈ ਤਾਂ ਬੜੀ ਹੈਰਾਨ ਹੁੰਦੀ ਆ ਕਿ ਇਹ ਕਿਹੋ ਜਿਹਾ ਸੁਪਨਾ ਆ ਜਿਹਦੇ ਵਿੱਚ ਮੈਂ ਦੇਖਿਆ ਆ, ਕਿਉਂਕਿ ਜਦੋਂ ਹੀ ਉਹਨੂੰ ਇਹ ਪਤਾ ਲੱਗਦਾ ਹੈ ਕਿ ਉਹਨੂੰ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਦੋਸ਼ੀ ਪਾਏ ਗਏ ਨੇ ਖੜਾ ਕੀਤਾ ਗਿਆ ਆ ਤਾਂ ਉੱਚੀ ਸਾਰੀ ਚਲਾਉਂਦੀ ਹੈ, ਜਿਹਦੇ ਕਾਰਨ ਉਹਦੀ ਨੀਂਦ ਖੁੱਲਦੀ ਆ ਔਰ ਆਪਣੇ ਸੁਪਨੇ ਤੋਂ ਬਾਹਰ ਆ ਜਾਂਦੀ ਹੈ। ਮੇਰੇ ਦੱਸਣ ਦਾ ਮਤਲਬ ਇਹ ਕਿ ਤੁਸੀਂ ਅਸੀਂ ਸਭ, ਸਾਡਾ ਸਭਨਾਂ ਦਾ ਵੀ ਔਰ ਅਸੀਂ ਸਭ ਨੇ ਇੱਕ ਦਿਨ ਉਸ ਨਿਆਂ ਦੇ ਵਿੱਚ ਦੀ ਨਿਕਲਣਾ ਹੈ। ਉਹ ਨਿਆਂ ਦੀ ਜਿਹੜੀ ਕੜੀ ਉਹਦੇ ਵਿੱਚ ਦੀ ਨਿਕਲਣਾ ਹੈ। ਲੇਕਿਨ ਸਾਨੂੰ ਅੱਜ ਇਹ ਸੋਚਣ ਦੀ ਜ਼ਰੂਰਤ ਆ ਕਿ ਕੀ ਅਸੀਂ ਉਸ ਨਿਆਂ ਦੇ ਵਿੱਚ ਖਰੇ ਉਤਰਾਂਗੇ, ਬਿਲਕੁਲ ਪਾਕ ਸਾਫ ਪਾਏ ਜਾਵਾਂਗੇ, ਜਾਂ ਉਹਨਾਂ ਲੋਕਾਂ ਦੇ ਵਿੱਚ ਸਾਡੀ ਗਿਣਤੀ ਹੋਏਗੀ ਜਿਹੜੇ ਦੋਸ਼ੀ ਪਾਏ ਜਾਣਗੇ। ਔਰ ਇਸ ਚੀਜ਼ ਲਈ, ਇਸ ਨਿਆਂ ਦੇ ਵਾਸਤੇ ਜਾਂ ਉਸ ਸਵਰਗੀ ਘਰ ਦੇ ਵਿੱਚ ਜਾਣ ਵਾਸਤੇ ਜਾਂ ਸਵਰਗ ਦੇ ਵਿੱਚ ਜਾਂ ਪ੍ਰਭੂ ਯਿਸੂ ਮਸੀਹ ਦੇ ਨਾਲ ਹਵਾ ਦੇ ਵਿੱਚ ਮਿਲਣ ਵਾਸਤੇ ਇਹ ਖੁਦਾ ਦਾ ਕਲਾਮ ਅੱਜ ਸਾਨੂੰ ਤਿਆਰ ਕਰ ਰਿਹਾ ਹੈ। ਇਹ ਪਰਮੇਸ਼ਰ ਦਾ ਕਲਾਮ, ਪਵਿੱਤਰ ਕਲਾਮ ਜਿਹੜਾ ਆ, ਇਹ ਇੱਕ ਖੁਸ਼ਖਬਰੀ ਦਾ ਪੈਗਾਮ ਜਿਹੜਾ ਆ ਅੱਜ ਸਾਨੂੰ ਸਭਨਾਂ ਨੂੰ ਬਾਰ-ਬਾਰ ਮੌਕਾ ਦੇ ਰਿਹਾ ਹੈ। ਲੇਕਿਨ ਉਹ ਸਮਾਂ ਦੂਰ ਨਹੀਂ ਕਿ ਜਦੋਂ ਬਾਅਦ ਵਿੱਚ ਸਾਡੇ ਕੋਲ ਵਾਕਈ ਮੌਕਾ ਨਹੀਂ ਹੋਵੇਗਾ। ਅੱਜ ਸਾਡੇ ਕੋਲ ਮੌਕਾ ਆ ਕਿ ਅਸੀਂ ਆਪਣੇ ਆਪ ਨੂੰ ਖੁਦਾਵੰਦ ਪ੍ਰਭੂ ਯਿਸੂ ਮਸੀਹ ਦੇ ਹਵਾਲੇ ਜੋ ਹੈ ਕਰ ਦਈਏ। ਅੱਜ ਹੀ ਸਾਡੇ ਕੋਲ ਸਮਾਂ ਹੈ। ਇਸ ਤੋਂ ਬਾਅਦ ਜੋ ਹੈ ਕੌਣ ਜਾਣਦਾ ਹੈ ਕਿ ਕਦੋਂ ਇਹ ਜਿਹੜਾ ਮੁਕਤੀ ਦਾ ਸਮਾਂ ਬੰਦ ਹੋ ਜਾਵੇ ਔਰ ਦੁਬਾਰਾ ਸਾਨੂੰ ਮਾਫੀ ਮੰਗਣ ਦਾ ਮੌਕਾ ਜੋ ਹੈ ਨਾ ਮਿਲੇ। ਇਹ ਸੁਸਮਾਚਾਰ ਖੁਦਾ ਦਾ ਜੋ ਹੈ ਸਾਨੂੰ ਬਾਰ-ਬਾਰ ਜੋ ਇਹ ਗੱਲਾਂ ਬਾਰੇ ਦੱਸ ਰਿਹਾ। ਆਈਏ ਜਿਨ੍ਹਾਂ ਦੇ ਕੋਲ ਬਾਈਬਲ ਹੈ ਮੇਰੇ ਨਾਲ ਉਹ ਖੁਦਾ ਦੇ ਕਲਾਮ ਦੇ ਵਿੱਚੋਂ ਦੇਖਣ ਬੁੱਕ ਆਫ ਰੈਵਲੇਸ਼ਨ ਚੈਪਟਰ 14 ਔਰ ਉਹਦੀ 6th ਵਰਸ ਤੋਂ ਜੋ ਹੈ ਅਸੀਂ ਪੜਾਂਗੇ। ਪ੍ਰਕਾਸ਼ ਦੀ ਪੋਥੀ
ਉਹਦਾ 14 ਅਧਿਆਏ ਔਰ ਉਹਦੀ 6 ਆਇਤ ਤੋਂ ਅਸੀਂ ਪੜਾਂਗੇ। ਇੱਥੇ ਲਿਖਿਆ, ਮੈਂ ਇੱਕ ਹੋਰ ਦੂਤ ਨੂੰ ਸਦੀਪ ਕਾਲ ਦੀ ਅੰਜੀਲ ਨਾਲ ਆਕਾਸ਼ ਵਿੱਚ ਉੜਦਿਆਂ ਡਿਠਾ, ਪਾਈ ਧਰਤੀ ਦੇ ਵਾਸੀਆਂ ਨੂੰ ਅਤੇ ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉਮਤ ਨੂੰ ਖੁਸ਼ਖਬਰੀ ਸੁਣਾਵੇ। ਇਸ ਜਗ੍ਹਾ ਤੇ ਅਸੀਂ ਦੇਖਦੇ ਹਾਂ ਵਚਨ ਦੇ ਵਿੱਚ ਯੂਹੰਨਾ ਲਿਖਦਾ ਪਿਆ ਹੈ ਕਿ ਮੈਂ ਇੱਕ ਦੂਤ ਨੂੰ ਵੇਖਿਆ, ਇੱਕ ਸਵਰਗੀ ਦੂਤ ਨੂੰ, ਜੋ ਕੀ ਹੈ ਯੂਹੰਨਾ ਵੇਖਦਾ ਪਿਆ ਹੈ। ਔਰ ਇਹ ਸਵਰਗੀ ਦੂਤ ਪ੍ਰਕਾਸ਼ਿਤ ਵਾਕਿਆ ਦੇ ਵਿੱਚ ਜਦੋਂ ਅਸੀਂ ਪਾਉਂਦੇ ਆ, ਇਹ ਦੂਤ ਜੋ ਹੈ ਇੱਕ ਮੈਸੇਜ ਦੇ ਨਾਲ ਜਿਹੜੇ ਆਉਂਦੇ ਆ, ਖੁਦ ਇੱਕ ਮੈਸੇਜ ਲੈ ਕੇ, ਇੱਕ ਮੈਸੇਂਜਰ ਇੱਕ ਮੈਸੇਜ ਦੇ ਨਾਲ, ਇੱਕ ਸੰਦੇਸ਼ ਦੇਣ ਦੇ ਨਾਲ ਲੋਕਾਂ ਦੇ ਕੋਲ ਆਉਂਦੇ ਆ ਔਰ ਲੋਕਾਂ ਨੂੰ ਤਿਆਰ ਕਰਨ ਲਈ ਉਹ ਬੇਨਤੀ ਕਰਦੇ ਪਏ ਨੇ ਔਰ ਲੋਕਾਂ ਨੂੰ ਬਾਰ-ਬਾਰ ਉਹ ਕਹਿ ਰਹੇ ਨੇ ਕਿ ਵਾਕਈ ਅਸੀਂ ਅਜੇ ਵੀ ਸਾਡੇ ਕੋਲ ਸਮਾਂ ਹੈ ਕਿ ਅਸੀਂ ਆਪਣੇ ਆਪ ਨੂੰ ਖੁਦਾਵੰਦ ਦੇ ਹਵਾਲੇ ਕਰ ਦਈਏ। ਖੁਦਾ ਦੇ ਕਲਾਮ ਦੇ ਵਿੱਚ 7ਵੀਂ ਆਇਤ 7th ਵਰਸ ਦੇ ਵਿੱਚ ਅਸੀਂ ਦੇਖਦੇ ਹਾਂ, ਅਤੇ ਉਸ ਨੇ ਵੱਡੀ ਆਵਾਜ਼ ਨਾਲ ਆਖਿਆ, ਭਾਈ ਪਰਮੇਸ਼ਰ ਤੋਂ ਡਰੋ ਅਤੇ ਉਹਦੀ ਵਡਿਆਈ ਕਰੋ, ਇਸ ਲਈ ਜੋ ਉਹਦੇ ਨਿਆਂ ਦਾ ਸਮਾਂ ਆ ਪੁੱਜਾ ਹੈ। ਖੁਦਾ ਦੇ ਕਲਾਮ ਦੇ ਵਿੱਚ ਲਿਖਿਆ, ਉਹ ਵੱਡੀ ਆਵਾਜ਼ ਦੇ ਨਾਲ ਕਹਿੰਦਾ ਆ ਕਿ ਪਰਮੇਸ਼ਰ ਦੇ ਕੋਲੋਂ ਡਰੋ ਔਰ ਉਹਦੀ ਇਬਾਦਤ ਕਰੋ, ਕਿਉਂ ਜੋ ਨਿਆਂ ਦਾ ਸਮਾਂ ਜਿਹੜਾ ਕੀ ਹੈ ਉਹ ਆ ਚੁੱਕਿਆ ਹੈ। ਇਹ ਤੇ ਪਹਿਲੀ ਗੱਲ ਹੁੰਦੀ ਕਿ ਪਰਮੇਸ਼ਰ ਤੋਂ ਡਰੋ ਔਰ ਉਹਦੇ ਨਾਮ ਨੂੰ ਜੋ ਹੈ ਜਲਾਲ ਦਿਓ, ਉਹਦੇ ਨਾਮ ਨੂੰ ਮੁਬਾਰਕ ਆਖੋ ਔਰ ਉਹਦੀ ਵਡਿਆਈ ਕਰੋ ਵੀ। ਪਰਮੇਸ਼ਰ ਤੋਂ ਡਰਨ ਦਾ ਮਤਲਬ ਇਹ ਨਹੀਂ ਹੈ ਕਿ ਖੁਦਾਵੰਦ ਕੋਈ ਡਰਾਉਣ ਵਾਲੀ ਚੀਜ਼ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਪਰਮੇਸ਼ਰ ਕੋਈ ਇਸ ਤਰ੍ਹਾਂ ਦਾ ਹੈ ਕਿ ਜਿਹਨੂੰ ਅਸੀਂ ਵੇਖ ਕੇ ਅਸੀਂ ਡਰ ਜਾਣਾ। ਨਹੀਂ, ਖੁਦਾਵੰਦ ਇਸ ਤਰ੍ਹਾਂ ਦਾ ਨਹੀਂ ਹੈ, ਬਲਕਿ ਡਰਨ ਦਾ ਮਤਲਬ ਕਿ ਅਸੀਂ ਜੋ ਹੈ ਉਹਦੀ ਆਗਿਆ ਦੇ ਅਨੁਸਾਰ ਚੱਲੀਏ ਵੀ, ਅਸੀਂ ਜੋ ਹੈ ਉਹਦੇ ਵਚਨ ਨੂੰ ਆਪਣੇ ਦਿਲਾਂ ਦੇ ਵਿੱਚ ਰੱਖੀਏ ਵੀ, ਅਸੀਂ ਜੋ ਹੈ ਹਰ ਕਦਮ ਇਸ ਤਰੀਕੇ ਦੇ ਨਾਲ ਪੁੱਟੀਏ ਔਰ ਜਾਣੀਏ ਔਰ ਦੇਖੀਏ ਕਿ ਵਾਕਈ ਅਗਰ ਅਸੀਂ ਕੋਈ ਗਲਤ ਤਰੀਕੇ ਦੇ ਨਾਲ ਆਪਣਾ ਕਦਮ ਉਠਾ ਰਹੇ ਜਾਂ ਕੋਈ ਗਲਤ ਕੰਮ ਕਰ ਰਹੇ ਹਾਂ ਤੇ ਅਸੀਂ ਇੱਕ ਦਿਨ ਉਸ ਨਿਆਂ ਦੇ ਵਿੱਚ ਦੀ ਅਸੀਂ ਕੀ ਆ ਗੁਜ਼ਰਨਾ ਹੈ, ਅਸੀਂ ਲੰਘਣਾ। ਡਰਨ ਦਾ ਮਤਲਬ ਇਹ ਨਹੀਂ ਕਿ ਪਰਮੇਸ਼ਰ ਕੋਈ ਸਾਨੂੰ ਡਰਾਉਂਦਾ ਹੈ ਔਰ ਉਹ ਤੋਂ ਡਰਨਾ ਮਤਲਬ ਕਿ ਅਸੀਂ ਉਹਦੇ ਵਚਨ ਦੇ ਅਨੁਸਾਰ, ਉਹਦੀ ਆਗਿਆ ਦੇ ਅਨੁਸਾਰ, ਉਹਦੇ ਪਵਿੱਤਰ ਕਲਾਮ ਦੇ ਅਨੁਸਾਰ ਜੋ ਕੀ ਹੈ ਚੱਲੀਏ ਔਰ ਸਿਰਫ ਉਹਦੀ ਹੀ ਇਬਾਦਤ ਜੋ ਹੈ ਕਰੀਏ। ਇਸ ਲਈ ਜੋ ਉਹਦੇ ਨਿਆਂ ਦਾ ਸਮਾਂ ਆ ਪੁੱਜਾ ਹੈ, ਬੜੀ ਜ਼ਰੂਰੀ ਗੱਲ ਕਿ ਇਸ ਲਈ ਜੋ ਉਹਦੇ ਨਿਆਂ ਦਾ ਸਮਾਂ ਜੋ ਹੈ ਆ ਪੁੱਜਾ ਹੈ। ਇਹਦੇ ਵਿੱਚ ਇਹ ਨਹੀਂ ਲਿਖਿਆ ਕਿ ਉਹਦੇ ਨਿਆਂ ਦਾ ਸਮਾਂ ਲੰਘ ਗਿਆ ਹੈ ਜਾਂ ਆਉਣ ਵਾਲਾ ਹੈ। ਇਹ ਤੇ ਲਿਖਿਆ ਹੈ ਪੰਜਾਬੀ ਦੀ ਬਾਈਬਲ ਵਿੱਚ, ਇਸ ਲਈ ਜੋ ਉਹਦੇ ਨਿਆਂ ਦਾ ਸਮਾਂ ਆ ਪੁੱਜਾ ਹੈ ਅਤੇ ਜਿਹਨੇ ਆਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਪਾਣੀਆਂ ਨੂੰ ਸੁੰਬਾਂ ਨੂੰ ਬਣਾਇਆ, ਤੁਸੀਂ ਉਹਨੂੰ ਮੱਥਾ ਟੇਕੋ। ਕਹਿਣ ਦਾ ਮਤਲਬ ਕਿ ਉਹਦੇ ਨਿਆਂ ਦਾ ਸਮਾਂ ਜਿਹੜਾ ਆ ਗਿਆ ਆ ਔਰ ਅਸੀਂ ਕੇਵਲ ਔਰ ਕੇਵਲ ਸਿਰਫ ਔਰ ਸਿਰਫ ਪਰਮੇਸ਼ਰ ਖੁਦਾਵੰਦ ਪ੍ਰਭੂ ਯਿਸੂ ਮਸੀਹ ਦੀ ਇਬਾਦਤ ਕਰੀਏ, ਹੋਰ ਕਿਸੇ ਦੀ ਨਹੀਂ। ਅੱਜ ਦੁਨੀਆ ਤੇ ਇਨਸਾਨ ਆਪ ਨੂੰ ਪਤਾ ਹੈ ਬੜੇ ਅਲੱਗ-ਅਲੱਗ ਲੋਕਾਂ ਦੀ ਇਬਾਦਤ ਕਰ ਰਿਹਾ। ਮੈਂ ਕਿਸੇ ਦੇ ਵੱਲ ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਅਲੱਗ-ਅਲੱਗ ਦੇਵੀ ਦੇਵਤਿਆਂ ਦੀ ਇਬਾਦਤ ਕਰ ਰਹੇ ਆ। ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਕਿ ਉਹ ਇਨਸਾਨ ਜਿਹੜੇ ਖੁਦਾ ਦੇ ਕਲਾਮ ਨੂੰ, ਜਿਹੜੇ ਪ੍ਰਭੂ ਯਿਸੂ ਮਸੀਹ ਤੋਂ ਔਰ ਜਿਹੜੇ ਖੁਦਾਵੰਦ ਤੋਂ ਵੱਧ ਕੇ ਹੋਰ ਚੀਜ਼ਾਂ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਆ, ਜਿਹੜੇ ਮਹੱਤਤਾ ਦਿੰਦੇ ਆ, ਉਹ ਜਿਨ੍ਹਾਂ ਨੇ ਪਰਮੇਸ਼ਰ ਦੇ ਕਲਾਮ ਨੂੰ ਨੀਚੇ, ਯਿਸੂ ਮਸੀਹ ਨੂੰ ਇੱਕ ਸਾਈਡ ਤੇ ਔਰ ਖੁਦਾਵੰਦ ਨੂੰ ਇੱਕ ਸਾਈਡ ਤੇ ਰੱਖਿਆ ਆ ਔਰ ਹੋਰ ਕੰਮਾਂ ਦੇ ਵਿੱਚ ਬਿਜ਼ੀ ਆ ਔਰ ਆਪਣੀ ਇਬਾਦਤ ਕਰਨ ਦੀ ਜਗ੍ਹਾ ਵੀ ਉਹ ਦੂਸਰੇ ਕੰਮ ਕਰਦੇ। ਉਹਨਾਂ ਨੇ ਉਹਨਾਂ ਕੰਮਾਂ ਨੂੰ ਇੱਕ ਆਪਣਾ ਖੁਦਾ ਬਣਾ ਕੇ ਰੱਖਿਆ ਹੋਇਆ ਹੈ। ਐਸਾ ਇਨਸਾਨ ਜਿਹੜਾ ਵਾਕਈ ਸਬਤ ਨੂੰ ਜਾਣਦਾ ਹੋਇਆ ਚਰਚ ਵੀ ਨਹੀਂ ਆਉਂਦਾ ਲੇਕਿਨ ਆਪਣੇ ਕੰਮ ਦੇ ਵਿੱਚ ਵਿਅਸਤ ਹੈ, ਇਹਦਾ ਮਤਲਬ ਉਹਨੇ ਖੁਦਾ ਦੀ ਇਬਾਦਤ ਨਹੀਂ ਕਰ ਰਿਹਾ ਬਲਕਿ ਆਪਣੇ ਕੰਮ ਨੂੰ ਇੱਕ ਮੂਰਤ ਬਣਾ ਕੇ ਰੱਖਿਆ ਹੋਇਆ ਹੈ। ਐਸਾ ਇਨਸਾਨ ਜਿਹੜਾ ਕੋਈ ਗੱਡੀ ਚਲਾਉਂਦਾ, ਜਿਹੜਾ ਕੋਈ ਡਰਾਈਵ ਕਰਦਾ ਔਰ ਉਹ ਆਪਣਾ ਸਮਾਂ ਜਿਹੜਾ ਪਰਮੇਸ਼ਰ ਦੀ ਹੈਕਲ ਦੇ ਵਿੱਚ ਖੁਦਾ ਦੀ ਇਬਾਦਤ ਕਰਨ ਵਿੱਚ ਆਪਣਾ ਬਿਲਕੁਲ ਵੀ ਸਮਾਂ ਜਿਹੜਾ ਨਹੀਂ ਕਰਦਾ ਲੇਕਿਨ ਆਪਣੇ ਕੰਮ ਦੇ ਵਿੱਚ ਵਿਅਸਤ ਹੈ, ਤਾਂ ਉਹਨੇ ਆਪਣੀ ਗੱਡੀ ਨੂੰ ਆਪਣੀ ਇੱਕ ਮੂਰਤ ਬਣਾ ਕੇ ਰੱਖਿਆ ਹੋਇਆ ਹੈ। ਔਰ ਖੁਦਾ ਦਾ ਕਲਾਮ ਜਿਹੜਾ ਆ ਉਹ ਸਾਨੂੰ ਬਾਰ-ਬਾਰ ਦੱਸਦਾ ਹੈ ਕਿ ਆਖਰੀ ਸਮੇਂ ਦੇ ਵਿੱਚ ਵਾਕਈ ਇਹ ਚੀਜ਼ ਦਾ ਜੋ ਹੈ ਉਹ ਬੜਾ ਇਸ ਚੀਜ਼ ਵੱਲ ਦੇਖਿਆ ਜਾਏਗਾ ਕਿ ਅਸੀਂ ਕਿਹਦੀ ਇਬਾਦਤ ਕਰਦੇ ਪਏ ਆ, ਕੀ ਅਸੀਂ ਉਸ ਮੂਰਤ ਦੀ ਇਬਾਦਤ ਕਰਦੇ ਪਏ ਆ ਜਿਨ੍ਹਾਂ ਨੂੰ ਅਸੀਂ ਆਪਣੇ ਅੰਦਰ ਹੀ ਬਣਾ ਲਿਆ ਹੈ ਔਰ ਜਿਨ੍ਹਾਂ ਦੀ ਅਸੀਂ ਦਿਨ ਰਾਤ ਜਿਨ੍ਹਾਂ ਕੰਮਾਂ ਵੱਲ ਅਸੀਂ ਧਿਆਨ ਕਰਦੇ ਹਾਂ, ਜਾਂ ਫਿਰ ਅਸੀਂ ਪਰਮੇਸ਼ਰ ਦੀ ਇਬਾਦਤ ਕਰਦੇ ਪਏ ਆ। ਇਸ ਚੀਜ਼ ਨੂੰ ਆਪਾਂ ਬੜਾ ਧਿਆਨ ਦੇਈਏ ਔਰ ਵੇਖੀਏ ਕਿ ਕੀ ਸਾਡੇ ਅੰਦਰ ਕੋਈ ਐਸੀ ਮੂਰਤ ਤੇ ਨਹੀਂ ਹੈ, ਕੋਈ ਐਸੀ ਚੀਜ਼ ਨਹੀਂ ਹੈ ਜਿਹਨੂੰ ਅਸੀਂ ਖੁਦਾ ਤੋਂ, ਪ੍ਰਭੂ ਯਿਸੂ ਮਸੀਹ ਤੋਂ ਜ਼ਿਆਦਾ ਵੱਧ ਮਹੱਤਤਾ ਜੋ ਹੈ ਦੇ ਰਹੇ ਹਾਂ। ਖੁਦਾ ਦੇ ਕਲਾਮ ਦੇ ਵਿੱਚ ਜਦੋਂ ਅਸੀਂ ਇਸ ਗੱਲ ਵੱਲ ਧਿਆਨ ਦਿੰਦੇ ਹਾਂ, ਆਖਰੀ ਹਿੱਸਾ 7 ਬਾਬ ਦੀ ਆਖਰੀ ਆਇਤ ਦਾ 7 ਬਾਬ ਦੀ ਆਖਰੀ ਆਇਤ ਵੱਲ ਜਦੋਂ ਅਸੀਂ ਧਿਆਨ ਦਿੰਦੇ ਹਾਂ, ਉੱਥੇ ਲਿਖਿਆ, ਇਸ ਲਈ ਜੋ ਉਹਦੇ ਨਿਆਂ ਦਾ ਸਮਾਂ ਆ ਪੁੱਜਾ ਹੈ, ਕਿ ਉਹਦੇ ਨਿਆਂ ਦਾ ਸਮਾਂ ਜਿਹੜਾ ਆ ਉਹ ਆ ਪੁੱਜਿਆ ਆ ਔਰ ਸਾਨੂੰ ਇਸ ਸਮੇਂ ਦੇ ਵਿੱਚ ਬਿਲਕੁਲ ਤਿਆਰ ਹੋਣ ਦੀ ਜ਼ਰੂਰਤ ਹੈ।
दानियल और प्रकाशित वाक्य की किताब दे विच ये दोनों चीज़ों का असी बहुत जिक्र पाने कि जिहदे विच बार-बार ये दस्सिया जाता है कि न्याय जिहड़ा आ वो समा जिहड़ा आ चुका है। खुदा दे कलाम दे विच जिन्हां दे कोल बाइबल है दानियल की किताब ओदा 7 बाब ओदी 9 और ओदी 10 आयत वाल जो ध्यान देने उत्थे लिखिया, मैं इथों तक वेखदा रहा कि सिंघासन रखे गए अते अत प्राचीन बैठ गया, ओहदा बस्तर बर्फ वर्गा चिट्टा सी अते ओहदे सिर दे वाल उन वांगर सुथरे, ओहदा सिंघासन अग दी लाट वर्गा सी अते ओहदे पहिए बल दी अग वर्गे सन। एक अग वाली नदी निकली जो ओहदे अगों दी वगदी सी, हजारां ही हजार ओहदी टहल करदे सन अते लखां दर लखां ओहदे अगे खलोते सन। न्याय हुंदा सी अते पोथियां खोलियां हुईयां सन। इत्थे असीं पाउने कि दानियल देखदा पिया कि न्याय जिहड़ा की है हो रहा है और पोथियां जिहड़ियां की आ वो खोलियां हुईयां सन। दूसरा करंथियां 5 बाब दी 10 आयत वाल जदों असीं देखदे उत्थे लिखिया, क्यों जो असां सबना ने मसीह दे न्याय दे सिंघासन दे अगे प्रगट होना है, भाई हरेक जो कुछ ओहदे नाल उस ने देही विच कीता, भावें भला भावें बुरा, आपो अपनियां करनियां दे अनुसार उसका फल जिहड़ा की आ होके। लिखा है कि सबना ने मसीह दे न्याय दे सिंघासन दे अगे की होना है, प्रगट होना है। उपदेशक ये जो हुणे असीं वर्स पढ़ी आ 1 Corinthians 5:10 और अगली वर्स जिहड़ी आ वो असीं पढ़ांगे उपदेशक दी पोथी बुक ऑफ एक्लेसियास्टिस चैप्टर 12 वर्सेस 13 and 14। उपदेशक दी पोथी ओदा 12 बाब 13 और 14 वाल असीं ध्यान देवांगे। हुण असीं सारे बचनां दा सार सुनिए, परमेश्वर कोलों डर अते ओहदियां आग्या नूं मन, क्यों जो इंसान दा इहो रिन है। परमेश्वर तां एक एक काम दा अते एक एक गुज्जी गल दा न्याय करेगा, भावें चंगी होवे भावें माड़ी होवे। इन्हां आयतां तो सानूं पता चलदा है कि वाकई सबना दा जिहड़ा की न्याय होना है। ये न्याय की घड़ी दे विच दी हर एक ने जो है लंघना है, लेकिन अज तुहाडे कोल और मेरे कोल समा है कि असीं अज ही अपने आप नूं परमेश्वर दे हवाले कर दईए। कौन जानदा है कि बाद विच सानूं जो है उस समय जिहड़ा ना मिले। और खुदा दे कलाम दे विच दानियल दी किताब जदों असीं पढ़दे हां, जिन्हां दे कोल बाइबल है बुक ऑफ डैनियल चैप्टर 8 और वर्स 14, दानियल दी किताब ओदा 18 बाब और ओदी 14 आयत दे विच असीं ध्यान देवांगे। जिन्हां दे कोल बाइबल है मेरे नाल मेहरबानी करके वो कढ लैण। दानियल दी किताब 8 बाब और ओदी 14 आयत इत्थे लिखिया है, उसने मैनू आख्या, क्यों जो 2300 सन अते सवेर तोड़ी है, फिर पवित्र थां सुच्चा बनाया जाएगा। इत्थे जो है 2300 दिनां दी जिहड़ी आ वो एक प्रोफेसी एक भविष्यवाणी दे बारे दस्सिया जांदा है, जिहड़ी बाइबल दी सब तो लंबी प्रोफेसी है। और मेरे को इन्ना टाइम नहीं है, समा नहीं है कि जो मैं तुहानूं बड़ी जल्दी दे विच ये चीज़ां दस सकां, लेकिन ये आ कि मैं तुहानूं थोड़ा इहदे बारे दसांगा जिहदे नाल तुसीं समझ सकदे हो। और अगर किसी दे कोल कोई सवाल होवेगा इहदे नाल कोई रलदा मिलदा आप जरूर पूछ सकदे हो। दानियल दी किताब बुक ऑफ डैनियल चैप्टर 18 वर्स 14, दानियल 8 ओदी 14 इत्थे लिखिया, उसने मैनू आख्या कि 2300 सन सवेर तोड़ी है, फिर पवित्र स्थान सुच्चा बनवाया जाएगा। 2300 दिनों के बाद जो है लिखा है कि पवित्र स्थान जिहड़ा आ वो सुच्चा की है बनाया जाएगा। असीं जानते हैं जो पवित्र स्थान के बारे असीं उस तंबू के बारे असीं पढ़ते हैं, इस धरती ते भी इजरायली लोगों ने वो पवित्र स्थान वो तंबू एक बनाया सी। और असीं खुदा दे कलाम दे विचों ही देखते हैं। अगर तुसीं जानना चाहते होगे तो आप बुक ऑफ एक्सोडस चैप्टर 25 वर्स 8, कूच दी किताब 25 बाब दी 8 आयत और नवे नेम दे विच जो स्वर्गी तंबू दी गल चलदी पई है वो तुसीं बुक ऑफ रेवलेशन चैप्टर 11 वर्स 19 दे विच प्रकाशित वाक्या ओदा 11 बाब और ओदी 19 आयत दे विच देख सकदे हो कि इस धरती ते भी इजरायली लोकां ने जो है एक तंबू बनाया सी, एक पवित्र स्थान बनाया सी। और उस पवित्र स्थान दे बारे असीं खुदा दे कलाम दे विच देखदे हां कि स्वर्ग विच भी वो तंबू जिहड़ा है। और इस पवित्र स्थान दे विच जो धरती उत्ते सी उत्थे जाजक और महाजाजक जो है सेवकाई करदे सन, लेकिन वो पवित्र स्थान वो सेंचुरी जो स्वर्ग विच है उत्थे इस जिहड़ी हाथ दे नाल नहीं बनाई हुई बल्कि परमेश्वर ने आप बनाई है। उस जगह ते केवल प्रभु यीशु मसीह जो है एक साडा हाई प्रीस्ट एक जाजक महाजाजक की तरह जो है वो उस जगह ते उस सेवा करता है। और असी देखते हैं कि 2 सेंचुरी जो है 2 पवित्र स्थान का जिक्र एक धरती ते भी और एक स्वर्ग दे विच भी जो है। और खुदा दे कलाम दे विच
ਅਸੀਂ ਅੱਗੇ ਹੁਣ ਇਸ ਆਇਤ ਵੱਲ ਧਿਆਨ ਦੇਵਾਂਗੇ ਕਿ 2300 ਦਿਨ 2300 ਦਿਨਾਂ ਦੀ ਜੋ ਪ੍ਰੋਫੈਸੀ ਹੈ। ਸਭ ਤੋਂ ਪਹਿਲੀ ਗੱਲ ਕਿ ਬਾਈਬਲ ਦੇ ਵਿੱਚ ਜਦੋਂ ਅਸੀਂ ਇੱਕ ਦਿਨ ਦੀ ਗੱਲ ਕਰਦੇ ਆ ਤਾਂ ਖੁਦਾ ਦਾ ਕਲਾਮ ਜੋ ਹੈ ਇਸ ਪ੍ਰੋਫੈਸੀ ਨੂੰ, ਇਸ ਭਵਿੱਖਬਾਣੀ ਨੂੰ ਸਮਝਣ ਵਾਸਤੇ ਤੁਹਾਨੂੰ ਇਹ ਆਇਤ ਨੂੰ ਪੜ੍ਹਨਾ ਪਵੇਗਾ, ਜੋ ਕਿ ਗਿਣਤੀ ਦੀ ਕਿਤਾਬ 14 ਬਾਬ ਉਹਦੀ 34 ਹੈ, ਬੁੱਕ ਆਫ ਨੰਬਰਸ ਚੈਪਟਰ 14 ਵਰਸ 34, ਜਿਹਦੇ ਵਿੱਚ ਦੱਸਿਆ ਜਾਂਦਾ ਹੈ ਖੁਦਾ ਦੇ ਕਲਾਮ ਦੇ ਅਨੁਸਾਰ ਇੱਕ ਦਿਨ ਜੋ ਹੈ ਇੱਕ ਸਾਲ ਦੇ ਕੀ ਆ ਬਰਾਬਰ ਆ। ਇੱਕ ਦਿਨ ਇੱਕ ਸਾਲ ਦੇ ਬਰਾਬਰ ਹੈ। ਬੁੱਕ ਆਫ ਹਿਜ਼ਕੀਏਲ ਦੀ ਕਿਤਾਬ ਉਹਦਾ 4 ਬਾਬ ਉਹਦੀ 6 ਅਧ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਇੱਕ ਦਿਨ ਜਿਹੜਾ ਆ ਉਹ ਇੱਕ ਸਾਲ ਦੇ ਕੀ ਆ ਬਰਾਬਰ ਹੈ। ਔਰ ਜਦੋਂ ਦਾਨੀਏਲ ਜੋ ਹੈ ਇਸ ਭਵਿੱਖਬਾਣੀ ਨੂੰ ਅਗਲੇ ਅਧਿਆਇ ਦੇ ਵਿੱਚ ਐਕਸਪਲੇਨ ਕਰਦਾ, ਜਦੋਂ ਅਸੀਂ 9 ਅਧਿਆਇ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਪਤਾ ਇਹ ਹੋਣਾ ਚਾਹੀਦਾ ਕਿ ਇਹ 2300 ਦਿਨ ਦੀ ਜਿਹੜੀ ਭਵਿੱਖਬਾਣੀ ਜੋ ਪ੍ਰੋਫੈਸੀ ਬਾਈਬਲ ਦੇ ਵਿੱਚ ਕੀਤੀ ਹੈ ਸਟਾਰਟ ਕਦੋਂ ਹੁੰਦੀ ਹੈ। ਕਿਉਂਕਿ ਅਗਰ ਇਹਦਾ ਸਟਾਰਟਿੰਗ ਸਾਨੂੰ ਪਤਾ ਹੋਏਗਾ ਤਾਂ ਸਾਨੂੰ ਪਤਾ ਹੋਏਗਾ ਕਿ ਇਹ ਖਤਮ ਕਦੋਂ ਹੋਏਗੀ। ਤਾਂ ਸਟਾਰਟਿੰਗ ਜਿਹੜੀ ਆ ਮੇਰੇ ਨਾਲ ਆਪ ਖੋਲ ਲੀजिए 9 ਬਾਬ ਉਹਦੀ 25 ਹੈ, ਦਾਨੀਏਲ ਦੀ ਕਿਤਾਬ ਬੁੱਕ ਆਫ ਡੈਨੀਅਲ ਚੈਪਟਰ 9 ਵਰਸ 25। ਇੱਥੇ ਲਿਖਿਆ, ਸੋ ਤੂੰ ਜਾਣ ਅਤੇ ਸਮਝ ਲੈ ਕਿ ਜਿਸ ਵੇਲੇ ਤੋਂ ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ ਨਿਕਲੇਗੀ, ਮਸੀਹ ਰਾਜ ਪੁੱਤਰ ਤੀਕਰ 7 ਸਾਤੇ ਹੋਣਗੇ ਅਤੇ 62 ਸਾਤੇ ਉਹ ਬਾਜ਼ਾਰ ਤੋੜ-ਕੋੜ ਸਨੇ ਬਣਾਇਆ ਜਾਵੇਗਾ। ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਹੈ ਕਿ ਇਹ ਜਿਹੜੀ ਪ੍ਰੋਫੈਸੀ ਆ ਇਹ ਕਦੋਂ ਸ਼ੁਰੂ ਹੋਏਗੀ, ਜਦੋਂ ਯਰੂਸ਼ਲਮ ਜਿਹੜਾ ਦੁਬਾਰਾ ਜੋ ਹੈ ਉਹਨੂੰ ਬਣਨ ਦੀ ਜਿਹੜੀ ਦੂਜੀ ਵਾਰ ਉਹਨੂੰ ਬਣਾਉਣ ਦੀ ਜਿਹੜੀ ਆਗਿਆ ਨਿਕਲੇਗੀ। ਖੁਦਾ ਦੇ ਕਲਾਮ ਦੇ ਵਿੱਚੋਂ ਜਿਨ੍ਹਾਂ ਦੇ ਕੋਲ ਬਾਈਬਲ ਹੈ, ਆਪ ਆਪਣੇ ਕੋਲ ਘਰ ਦੇ ਵਿੱਚ ਆਪ ਪੜ੍ਹ ਸਕਦੇ ਹੋ, ਬੁੱਕ ਆਫ ਐਜ਼ਰਾ ਔਰ ਚੈਪਟਰ 7 ਐਜ਼ਰਾ ਦੀ ਕਿਤਾਬ ਉਹਦਾ 7 ਅਧਿਆਇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਉਸ ਵੇਲੇ ਰਾਜਾ ਜੋ ਹੈ ਉਹ ਡਿਗਰੀ ਦਿੰਦਾ ਆ, ਆਰਟੀਜ਼ੈਕਸਸ ਰਾਜਾ ਜੋ ਹੈ ਉਹ ਇੱਕ ਡਿਗਰੀ ਦਿੰਦਾ ਆ ਯਰੂਸ਼ਲਮ ਨੂੰ ਬਣਾਉਣ ਵਾਸਤੇ। ਔਰ ਜੋ ਪਰਸ਼ੀਅਨ ਲੋਕ ਸੀ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਇਹ ਰਿਕਾਰਡ ਜਿਹੜਾ ਰੱਖਿਆ ਹੁੰਦਾ ਸੀ। ਔਰ ਜਿੱਥੋਂ ਸਾਨੂੰ ਪਤਾ ਚੱਲਦਾ ਹੈ ਕਿ ਇਹ ਯਰੂਸ਼ਲਮ ਨੂੰ ਦੂਸਰੀ ਵਾਰ ਜੋ ਉਸਾਰਨ ਦੀ ਜਿਹੜੀ ਡਿਗਰੀ ਨਿਕਲੀ ਹੈ ਇਹ 457 BC ਦੇ ਵਿੱਚ ਜਿਹੜੀ ਆ ਇਹ ਡਿਗਰੀ ਨਿਕਲਦੀ ਹੈ। ਇਹ ਮਤਲਬ ਇਹ ਕਾਨੂੰਨ ਨਿਕਲਦਾ ਹੈ ਕਿ ਵਾਕਈ ਇਸ ਤਰੀਕੇ ਦੇ ਨਾਲ ਇਹ ਯਰੂਸ਼ਲਮ ਦੀ ਜੋ ਹੈਕਲ ਹੈ ਉਹ ਦੁਬਾਰਾ ਫਿਰ ਜੋ ਉਸਾਰੀ ਜਾਵੇ। ਮੇਰਾ ਕਹਿਣ ਦਾ ਮਤਲਬ ਕਿ 457 ਦੇ ਵਿੱਚ ਇਹ 2300 ਦਿਨ ਦੀ ਜਿਹੜੀ ਪ੍ਰੋਫੈਸੀ ਆ ਇਹ ਸ਼ੁਰੂ ਹੁੰਦੀ ਹੈ। ਔਰ ਇਹ ਖਤਮ ਕਿੱਥੇ ਜਾ ਕੇ ਹੁੰਦੀ ਹੈ? 1844 ਦੇ ਵਿੱਚ, ਕੁਝ ਲਗਭਗ 200-250 ਸਾਲ ਕਹਿ ਸਕਦੇ ਹਾਂ ਕਿ ਪਹਿਲਾਂ ਇਹ ਪ੍ਰੋਫੈਸੀ ਜਿਹੜੀ ਪੂਰੀ ਹੋਈ। ਇਸੇ ਕਰਕੇ ਮੈਂ ਪਹਿਲਾਂ ਆਖਿਆ ਕਿ ਬਾਈਬਲ ਦੇ ਵਿੱਚ ਬਹੁਤ ਲੰਬੀ ਪ੍ਰੋਫੈਸੀ ਜੋ ਹੈ ਦੱਸੀ ਗਈ ਹੈ। ਔਰ ਇਹਦੇ ਵਿੱਚ ਵੀ ਜੋ ਹੈ ਅੱਗੇ ਫਿਰ ਸਾਨੂੰ ਕੁਝ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ। ਉਹਦੇ ਵਿੱਚ ਦੱਸਿਆ ਜਾਂਦਾ 70 ਹਫ਼ਤੇ। ਜਦੋਂ 70 ਹਫ਼ਤਿਆਂ ਦੀ ਗੱਲ ਆਉਂਦੀ ਆ ਤਾਂ ਉੱਥੇ ਜਿਸ ਤਰ੍ਹਾਂ ਮੈਂ ਦੱਸਿਆ ਹੈ ਕਿ ਇੱਕ ਦਿਨ ਇੱਕ ਸਾਲ ਦੇ ਬਰਾਬਰ, 2300 ਦਿਨ ਮਤਲਬ 2300 ਸਾਲ, 70 ਹਫ਼ਤੇ ਮਤਲਬ 70 ਨੂੰ ਅਗਰ ਤੁਸੀਂ ਮਲਟੀਪਲਾਈ 7 ਦੇ ਨਾਲ ਕਰੋਗੇ ਤਾਂ 490 ਸਾਲ ਜਿਹੜੇ ਕੀ ਆ ਉਹ ਨਿਕਲਦੇ ਆ। ਔਰ 490 ਸਾਲ ਜੋ ਹੈ ਉਹ ਕਿੰਨਾ ਲੋਕਾਂ ਵਾਸਤੇ ਸੀ? ਖੁਦਾ ਦੇ ਕਲਾਮ ਦੇ ਵਿੱਚ ਅਗਰ ਤੁਸੀਂ ਇਹਨੂੰ ਡੀਪ ਸਟੱਡੀ ਕਰੋਗੇ ਤਾਂ ਪਤਾ ਚੱਲੇਗਾ ਕਿ 457 BC ਤੋਂ ਜਦੋਂ ਤੁਸੀਂ ਇਹ ਸਟਾਰਟ ਕਰੋਗੇ ਤਾਂ ਇਹ ਲਗਭਗ 34 AD ਦੇ ਵਿੱਚ ਆਉਂਦੀ, ਜਿੱਥੇ ਸਟੀਫਨਸ ਨੂੰ ਜੋ ਹੈ ਪਥਰਾਵ ਕੀਤਾ ਜਾਂਦਾ ਹੈ। ਔਰ ਜਿਸ ਤੋਂ ਬਾਅਦ ਜੋ ਹੈ ਪ੍ਰਚਾਰ ਖੁਦਾ ਦੇ ਕਲਾਮ ਦਾ ਸੁਸਮਾਚਾਰ ਜਿਹੜਾ अन्य ਜਾਤੀਆਂ ਦੇ ਵਿੱਚ ਜਿਹੜਾ ਆ ਫੈਲਦਾ। ਉਸ ਤੋਂ ਪਹਿਲਾਂ ਜੋ ਹੈ ਇਜ਼ਰਾਈਲੀ ਲੋਕਾਂ ਵਿੱਚ, ਕਿਉਂਕਿ ਇੱਥੇ ਬਾਈਬਲ ਦੇ ਵਿੱਚ ਲਿਖਿਆ ਗਿਆ ਹੈ ਕਿ ਇਸ ਪਰਮੇਸ਼ਰ ਦੇ ਲੋਕਾਂ ਵਾਸਤੇ ਤਾਂ ਕਿ ਉਹ ਜੋ ਹੈ ਪ੍ਰਭੂ ਯਿਸੂ ਮਸੀਹ ਵੱਲ ਜੋ ਹੈ ਆਪਣਾ ਧਿਆਨ ਕਰਨ। ਔਰ ਇਹ ਜਦੋਂ 2300 ਸਾਲਾਂ ਦੀ ਅਸੀਂ ਪ੍ਰੋਫੈਸੀ ਪੜ੍ਹਦੇ ਉਹਦੇ ਵਿੱਚ 70 ਹਫ਼ਤੇ ਆਉਂਦੇ ਨੇ, ਜਿਹਦਾ ਮਤਲਬ ਕਿ ਉਹ 457 ਤੋਂ ਸ਼ੁਰੂ ਹੋ ਕੇ 34 AD ਦੇ ਵਿੱਚ ਜੋ ਹੈ ਉਹ ਖਤਮ ਹੁੰਦੀ ਹੈ। ਔਰ 70 ਹਫ਼ਤਿਆਂ ਨੂੰ ਵੀ 3 ਭਾਗਾਂ ਵਿੱਚ ਵੰਡਿਆ ਜਾਂਦਾ ਹੈ, 7 ਹਫ਼ਤੇ ਔਰ ਫਿਰ 62 ਹਫ਼ਤੇ ਔਰ ਫਿਰ 1 ਹਫ਼ਤਾ। ਇਹ ਤੁਸੀਂ 9 ਅਧਿਆਏ ਉਹਦੀ 24 ਤੋਂ ਤੁਸੀਂ ਦਾਨੀਏਲ ਦੀ ਕਿਤਾਬ ਅੱਗੇ ਪੜ੍ਹ ਸਕਦੇ ਹੋ। ਔਰ ਜਿਹਦੇ ਅਨੁਸਾਰ ਪਤਾ ਚੱਲਦਾ ਹੈ ਕਿ ਜੋ ਯਰੂਸ਼ਲਮ ਨੂੰ ਦੂਸਰੀ ਵਾਰ ਬਣਾਉਣ ਦੀ ਡਿਗਰੀ ਜਿਹੜੀ ਆ ਉਹ 457 BC ਦੇ ਵਿੱਚ ਦਿੱਤੀ ਜਾਂਦੀ ਹੈ। 250 AD ਦੇ ਵਿੱਚ ਉਹਦਾ ਬਪਤਿਸਮਾ ਹੁੰਦਾ ਹੈ ਔਰ ਉਹ ਅਨੋਇੰਟ ਕੀਤਾ ਜਾਂਦਾ ਹੈ। ਔਰ ਫਿਰ 31 AD ਦੇ ਵਿੱਚ ਉਹ ਸਲੀਬ ਦੇ ਉੱਤੇ, ਕਰੂਸ ਦੇ ਉੱਤੇ ਚੜਾਇਆ ਜਾਂਦਾ ਹੈ। ਔਰ ਫਿਰ ਅੱਗੇ 34 AD ਦੇ ਵਿੱਚ ਵਚਨ ਦੇ ਅਨੁਸਾਰ ਸਾਨੂੰ ਪਤਾ ਚੱਲਦਾ ਹੈ ਕਿ ਸਟੀਫਨ ਨੂੰ ਜੋ ਹੈ ਪਥਰਾਵ ਕੀਤਾ ਜਾਂਦਾ ਹੈ। ਔਰ ਉਸ ਤੋਂ ਬਾਅਦ ਜੋ ਹੈ अन्य ਜਾਤੀਆਂ ਵਿੱਚ ਖੁਦਾ ਦਾ ਸੁਸਮਾਚਾਰ ਜਿਹੜਾ ਆ ਉਹ ਫੈਲਾਇਆ ਜਾਂਦਾ ਹੈ ਹੋਰਨਾਂ ਲੋਕਾਂ ਤੱਕ। ਔਰ ਇਹ 2300 ਸਾਲ ਦੀ ਜਿਹੜੀ ਪ੍ਰੋਫੈਸੀ ਹੈ ਅੱਗੇ ਜੋ ਅਸੀਂ ਜਦੋਂ ਇਹਦੇ ਬਾਰੇ ਪੜ੍ਹਦੇ ਹਾਂ ਤੇ 1844 ਦੇ ਵਿੱਚ ਜਾ ਕੇ ਪੂਰੀ ਹੁੰਦੀ ਹੈ। ਬਾਈਬਲ ਦੇ ਵਿੱਚ ਜਦੋਂ ਅਸੀਂ 24 ਆਇਤ ਪੜ੍ਹਦੇ ਹੋ ਤੇ ਲਿਖਿਆ 70 ਸਾਤੇ ਤੇਰੇ ਲੋਕਾਂ ਅਤੇ ਤੇਰੇ ਪਵਿੱਤਰ ਸ਼ਹਿਰ ਲਈ ਠਹਿਰਾਏ ਗਏ ਹਨ।
ਭਾਈ ਉਸ ਸਮੇਂ ਵਿੱਚ ਉਹ ਉਸ ਅਪਰਾਧ ਨੂੰ ਮੁਕਾਏ ਅਤੇ ਪਾਪਾਂ ਦਾ ਅੰਤ ਕਰੇ ਅਤੇ ਬੁਰਾਈ ਦਾ ਪ੍ਰਾਸ਼ਚਿਤ ਕਰੇ। 1844 ਦੇ ਵਿੱਚ ਪ੍ਰਭੂ ਯਿਸੂ ਮਸੀਹ ਜੋ ਹੈ ਉਹ ਪਵਿੱਤਰ ਸਥਾਨ, ਮਹਾਪਵਿੱਤਰ ਸਥਾਨ ਦੇ ਵਿੱਚ ਜੋ ਹੈ ਉਹ ਐਂਟਰ ਕਰਦੇ ਆ। ਜੋ ਸਾਡਾ ਨਿਆਂ ਦਾ ਸਮਾਂ ਜਿਹੜਾ ਉਹ ਸਾਡਾ ਸ਼ੁਰੂ ਹੁੰਦਾ ਹੈ 1844 ਦੇ ਵਿੱਚ। ਜਿਸ ਤਰੀਕੇ ਦੇ ਨਾਲ ਧਰਤੀ ਦੇ ਉੱਤੇ ਜੋ ਇੱਕ ਪਵਿੱਤਰ ਸਥਾਨ ਦੇ ਵਿੱਚ ਹਰ ਰੋਜ਼ ਜੋ ਹੈ ਇੱਕ ਜਾਜਕ ਸੇਵਕਾਈ ਕਰਦਾ ਔਰ ਸਾਲ ਦੇ ਵਿੱਚ ਇੱਕ ਵਾਰ ਉਹ ਮਹਾਪਵਿੱਤਰ ਸਥਾਨ ਦੇ ਵਿੱਚ ਜਾਂਦਾ ਸੀ, ਉਸੇ ਤਰੀਕੇ ਦੇ ਨਾਲ ਪ੍ਰਭੂ ਯਿਸੂ ਮਸੀਹ ਜੋ ਹੈ ਹੱਥ ਦੇ ਬਣਾਏ ਹੋਏ ਤੰਬੂ ਔਰ ਪਵਿੱਤਰ ਸਥਾਨ ਵਿੱਚ ਨਹੀਂ ਬਲਕਿ ਪਰਮੇਸ਼ਰ ਨੇ ਜੋ ਬਣਾਇਆ ਉਸ ਦੇ ਵਿੱਚ ਇੱਕ ਮਹਾਪਵਿੱਤਰ ਸਥਾਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੋ ਹੈ ਉਹ ਸਾਡੇ ਲਈ ਐਂਟਰ ਕਰਦਾ ਹੈ, ਤਾਂ ਕਿ ਉਹ ਸਾਡੇ ਲਈ ਜੋ ਹੈ ਇੱਕ ਸਾਡੇ ਵਿੱਚ ਮੀਡੀਏਟਰ, ਮੈਂ ਕਹਾਂਗਾ ਕਿ ਇੱਕ ਵਿਚੋਲੇ ਦੀ ਤਰ੍ਹਾਂ ਜੋ ਹੈ ਖੁਦਾਵੰ ਸਾਡੇ ਵਿੱਚ ਪਰਮੇਸ਼ਰ ਜੋ ਹੈ ਉਹ ਕੰਮ ਕਰਦਾ ਪਿਆ, ਤਾਂ ਕਿ ਅਸੀਂ ਅਗਰ ਆਪਣੇ ਗੁਨਾਹ ਅਪਰਾਧ ਕਰਦੇ ਹਾਂ ਤਾਂ ਸਾਡੇ ਲਈ ਔਰ ਸਾਡੇ ਗੁਨਾਹਾਂ ਤੋਂ, ਸਾਡੇ ਅਪਰਾਧਾਂ ਤੋਂ ਸਾਨੂੰ ਜੋ ਹੈ ਮਾਫ ਕਰ ਸਕੇ। ਇਬਰਾਨੀਆਂ 7 ਬਾਬ ਦੀ 25 ਆਇਤ ਵਿੱਚ ਲਿਖਿਆ ਹੈ, ਇਸ ਲਈ ਉਹ ਉਹਨਾਂ ਦਾ ਜਿਹੜੇ ਉਹਦੇ ਰਾਹੀਂ ਪਰਮੇਸ਼ਰ ਦੇ ਕੋਲ ਆਉਂਦੇ ਹਨ ਪਰ ਪੂਰਾ ਨਿਸਤਾਰਾ ਕਰ ਸਕਦਾ ਹੈ, ਕਿਉਂ ਜੋ ਉਹ ਉਹਨਾਂ ਦੀ ਸਿਫਾਰਿਸ਼ ਕਰਨ ਨੂੰ ਸਦਾ ਜਿਉਂਦਾ ਹੈ। ਪ੍ਰਭੂ ਯਿਸੂ ਮਸੀਹ ਤੁਹਾਡੇ ਵਿੱਚ, ਸਾਡੇ ਵਿੱਚ ਔਰ ਪਰਮੇਸ਼ਰ ਦੇ ਵਿੱਚ ਇੱਕ ਐਡਵੋਕੇਟ, ਇੱਕ ਵਕੀਲ ਦੀ ਤਰ੍ਹਾਂ ਇੱਕ ਸਿਫਾਰਿਸ਼ ਜਿਹੜੀ ਆ ਉਹ ਕਰਦਾ ਪਿਆ ਹੈ, ਜੋ ਕਿ ਜਿਹੜਾ ਕੰਮ 1844 ਚੋਂ ਜੋ ਸ਼ੁਰੂ ਹੋਇਆ। ਮੇਰੇ ਕੋਲ ਅਗਰ ਸਮਾਂ ਹੁੰਦਾ ਤਾਂ ਮੈਂ ਹੋਰ ਅੱਛੇ ਤਰੀਕੇ ਦੇ ਨਾਲ ਤੁਹਾਨੂੰ ਇਹ ਐਕਸਪਲੇਨ ਕਰ ਸਕਦਾ, ਲੇਕਿਨ ਸਮਾਂ ਨਾ ਹੋਣ ਦੇ ਕਾਰਨ ਅਗਰ ਤੁਹਾਡੇ ਕੋਲ ਕੋਈ ਸਵਾਲ ਰਹੇਗਾ ਤਾਂ ਆਪ ਜ਼ਰੂਰ ਇਸ ਬਾਰੇ ਪੁੱਛ ਸਕਦੇ ਹੋ। ਲੇਕਿਨ ਆਖਰ ਦੇ ਵਿੱਚ ਮੈਂ ਇਹੋ ਹੀ ਕਹਾਂਗਾ ਕਿ ਪ੍ਰਭੂ ਯਿਸੂ ਮਸੀਹ ਇਸ ਪ੍ਰੋਫੈਸੀ ਦੇ ਵਿੱਚੋਂ ਸਾਨੂੰ ਪਤਾ ਚੱਲਦਾ ਹੈ ਕਿ ਕਈ ਸਾਲ ਪਹਿਲਾਂ ਪਰਮੇਸ਼ਰ ਦੇ ਦਾਸਾਂ ਨੇ ਪ੍ਰਭੂ ਯਿਸੂ ਮਸੀਹ ਦੇ ਆਉਣ ਬਾਰੇ ਜੋ ਹੈ ਲਿਖਿਆ ਹੈ, ਦੱਸਿਆ ਹੈ। ਔਰ ਦਾਨੀਏਲ ਜੋ ਹੈ ਇਹਦੇ ਵਿੱਚ 2300 ਦਿਨ 2300 ਸਾਲਾਂ ਦੀ ਜਿਹੜੀ ਪ੍ਰੋਫੈਸੀ ਹੈ ਉਹਦੇ ਵਿੱਚ ਅੱਛੇ ਤਰੀਕੇ ਦੇ ਨਾਲ ਉਹਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਯਰੂਸ਼ਲਮ ਮੰਦਿਰ ਜਿਹੜਾ ਹੈ ਬਣਾਇਆ ਜਾਏਗਾ ਔਰ ਕਿਸ ਤਰ੍ਹਾਂ 27 AD ਦੇ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਮਸਾ ਕੀਤਾ ਜਾਏਗਾ, ਉਹਦਾ ਬਪਤਿਸਮਾ ਜੋ ਹੋਵੇਗਾ, ਔਰ 31 AD ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਸਲੀਬ ਤੇ ਚੜਾਇਆ ਜਾਏਗਾ, 34 AD ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਇਸਤੀਫਾਨ ਨੂੰ ਪਤਰਾਵ ਕੀਤਾ ਜਾਏਗਾ, ਔਰ ਉਸ ਤੋਂ ਬਾਅਦ ਜੋ ਹੈ ਉਹ ਕਿਸ ਤਰ੍ਹਾਂ ਦੂਸਰੇ ਲੋਕਾਂ ਕੋਲ, अन्य ਜਾਤੀਆਂ ਕੋਲ ਪ੍ਰਚਾਰ ਜਿਹੜਾ ਆ ਉਹ ਪਹੁੰਚੇਗਾ। ਮਸੀਹਾ ਦੇ ਬਾਰੇ, ਪ੍ਰਭੂ ਯਿਸੂ ਮਸੀਹ ਦੇ ਬਾਰੇ ਖੁਦਾ ਦਾ ਕਲਾਮ ਸ਼ੁਰੂ ਤੋਂ ਬਿਆਨ ਕਰਦਾ ਆ ਰਿਹਾ ਹੈ ਔਰ वचन च लिखा आकाश के नीचे धरती के ऊपर कोई दूसरा नाम नहीं जितों असीं बचाए जा सकते, सिर्फ एक ही नाम है और वो प्रभु यीशु मसीह है। एक दिन असी भी उस न्याय दे विच दी जो है निकलना है। अज ही साडे कोल, तुहाडे कोल, मेरे कोल समा है कि असीं अपने आप नूं प्रभु यीशु मसीह दे हवाले कर दईए, असीं अपने आप नूं प्रभु यीशु मसीह दे कोल लैके आ जाइए, क्योंकि उस तो इलावा दुनिया ते कोई भी सानू बचा नहीं सकता। दस्सिया जाता है कि एक इंसान एक कमर्शियल प्लेन दे विच, जहाज दे विच सफ़र कर रहा होंदा, इस तो बाद मैं बंद करांगा, वो सफ़र कर रहा होंदा है और वो की देखदा है कि उत्थे एकदम जदों मतलब वो उहदे विच जा रहा होंदा है ते एकदम उहदे विच उत्थे हवा नेरी तूफान बड़ा होंदा है भी, और उहदे विच एक ही बंदा होंदा और पायलट जो उस प्लेन नूं जो उड़ा रहा होंदा है। और उहदे बारे दस्सिया जाता है कि वो सोचता है कि हुण इस जहाज नूं जो इन्ना मौसम खराब है रोकिया जाए जां ये अगे दी और वधदा जाए, तो फिर उहदा ध्यान जिहड़ा पायलट वाल पैंदा है और वो की देखदा है कि पायलट जिस जिहड़ी चीज़ दे नाल अपने जहाज नूं कंट्रोल करदा है उन्होंने बड़े वधिया तरीके दे नाल घुट के फड़ के रखिया है। और वो जो बंदा अपने पायलट वाल जो देखदा है तो उन्होंने थोड़ी तसल्ली मिलती है और उन्होंने हुंदा है कि जब तक वो पायलट के हाथ में सब कुछ कंट्रोल करने वाला है तब तक मैनू कोई भी डरन की जरूरत नहीं है। अज ताड़ा साडा मसीह जो है, प्रभु यीशु मसीह जो है, जब तक साडी जिंदगी की डोर मसीह के हाथ में है सानू डरन की जरूरत नहीं है, क्योंकि भावें वो न्याय के समय के अगों की जदों भी सानू गुजरना पवे, जदों भी असीं निकलीए, अगर असीं मसीह के अनुसार चले होवांगे तो असीं बिल्कुल निर्दोष पाए जावांगे और एक दिन प्रभु यीशु मसीह के नाल स्वर्गी घर दे विच जावांगे। और अगर असी मसीह के कलाम के अनुसार अपनी जिंदगी ना बतीत की हुई तो फिर असी मारिया की तरह कहांगे कि मैनू एक मौका होर दिता जाए, लेकिन उदों बहुत लेट हो चुका होगा। अज ही तुहाडे साडे कोल समा है कि असी प्रभु यीशु मसीह अपना उद्धारकर्ता मनीए, जिहदे सामने दी असी उस न्याय दे विच दी गुजरना है। खुदा तुहानू सबनां नूं बड़ी आशीष बरकत दे और मैं चाहुंदा कि इस मैसेज नूं आप भी सुनो और अपने दोस्तों के नाल, अपने रिश्तेदारों के नाल, होरनां नाल भी साझा करो। खुदा तुहानू बरकत दे। आइए असीं आखिर दे विच छोटी प्रार्थना करांगे। स्वर्गीय पिता, तुहाडे कोल एक बार फिर तो आने धन्नवाद करते हैं जो भी असीं वचन दे विचों अज सिੱਖਿਆ आ
कि वाकई असी एक दिन उस न्याय के सामने ਉਹਦੀ गुजरना है परमेश्वर। और अज ही साढ़े को समा कि असी अपने आप को तैयार कर सकीए। मेरी दुआ है खुदावंद तुहाडे अगे कि जिन्ने भी लोग इस वचन को सुनिया, मैं खुद भी और सुनने वाले भी इस वचन के अनुसार चलन, ताकि जब भी प्रभु यीशु मसीह इस दुनिया ते आए तो असी निर्दोष पाए जाइए और उहदे नाल स्वर्गी घर दे विच असी जा सकीए। प्रभु यीशु मसीह के नाम च मंगते हैं, आमीन। खुदा तुम सबना नूं बरकत दे।